Students, Vaheguru Ji Ka Khalsa, Vaheguru Ji Ki Fateh. Students, we have completed exercise number 2.2 in our last class and today we will start exercise number 2.3. ਅਸੀਂ 2.2 ਦੇ ਵਿੱਚ ਵੀ ਕੁਝ ਮਲਟੀਪਲੀਕੇਸ਼ਨ ਦੇ ਸਮ ਸੋਲਵ ਕੀਤੇ ਸੀ, ਫਿਰ ਉਹਨਾਂ ਨੂੰ ਲੋਐਸਟ ਫਾਰਮ ਦੇ ਵਿੱਚ ਕੀਤਾ ਸੀਗਾ ਤੇ ਫਿਰ ਮਿਕਸਡ ਫ੍ਰੈਕਸ਼ਨ ਦੇ ਵਿੱਚ ਵੀ ਸੋਲਵ ਕੀਤਾ ਸੀ। ਬੇਟਾ 2.3 ਵੀ ਸਿਮਿਲਰ ਪੈਟਰਨ 'ਤੇ ਹੀ ਚੱਲਣੀ ਆ। ਇਹ ਵੀ ਮਲਟੀਪਲ ਦੀ ਐਕਸਰਸਾਈਜ਼ ਹੈਗੀ ਆ। ਨੰਬਰਸ ਨੂੰ ਫ੍ਰੈਕਸ਼ਨਸ ਨੂੰ ਮਲਟੀਪਲਾਈ ਕਿਵੇਂ ਕਰੀਦਾ ਵਾ ਉਹਦੇ ਬੇਸ 'ਤੇ ਹੀ ਐਕਸਰਸਾਈਜ਼ ਹੈਗੀ ਆ। ਠੀਕ ਆ, ਇਹ ਲਗਭਗ 2.2 ਵਰਗੀ ਹੀ ਐਕਸਰਸਾਈਜ਼ ਆ 2.3 ਵੀ। ਸੋ ਅਸੀਂ ਇਹਦੇ ਵਿੱਚ 2.3 ਦਾ ਕੁਐਸਚਨ ਨੰਬਰ ਫਸਟ ਹੈਗਾ ਵਾ, ਇੱਦਾਂ ਕਰਕੇ ਸਟੇਟਮੈਂਟ ਦਿੱਤੀ ਹੋਈ ਹੈ ਤੁਹਾਨੂੰ 1/3 ਆਫ A 1/5 B 2/7 C 3/2। ਇਟ ਮੀਨਸ ਮੈਂ ਫਸਟ ਪਾਰਟ ਨੂੰ ਕਿੱਦਾਂ ਲਿਖਣਾ 1/3 ਆਫ 1/5 ਇਹ ਫਸਟ ਪਾਰਟ ਦੀ ਸਟੇਟਮੈਂਟ ਆ ਜਾਣੀ 1/3 ਆਫ 1/5। ਸੈਕਿੰਡ ਪਾਰਟ ਦੀ ਸਟੇਟਮੈਂਟ ਆ ਜਾਣੀ 1/3 ਆਫ 2/7। ਥਰਡ ਪਾਰਟ ਦੀ ਸਟੇਟਮੈਂਟ ਆ ਜਾਣੀ 1/3 ਆਫ 3/2। ਠੀਕ ਆ, ਆਫ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਮਲਟੀਪਲਾਈ ਹੁੰਦਾ 1 1 1 3 5 15। ਇਸੇ ਤਰ੍ਹਾਂ ਬੀ ਪਾਰਟ ਹੈਗਾ 2/7 ਬਟ ਇਹਦਾ ਮੇਨ ਸਟੇਟਮੈਂਟ ਚੱਲ ਰਹੀ ਆ 1/3 1/3 ਆਫ 2/7। ਇਹਨੂੰ ਸਟੇਟਮੈਂਟ ਨੂੰ ਇੱਦਾਂ ਲਿਖਣਾ ਤੁਸੀਂ 1/3 ਮਲਟੀਪਲਾਈ 2/7, ਇਹ ਆ ਜਾਣਾ 2/21। ਠੀਕ ਹੈ, ਇਸੇ ਤਰ੍ਹਾਂ ਸੀ ਪਾਰਟ ਆ ਜਾਣਾ ਇਹਦਾ 3/2 ਆ 1/3 ਆਫ 3/2 1/3 ਮਲਟੀਪਲਾਈ 3/2 3 ਨਾਲ 3 ਕੈਂਸਲ 1/2 ਆਂਸਰ ਆ ਜਾਣਾ ਇਹਦਾ। ਠੀਕ ਆ, ਸੋ ਇਸੇ ਤਰ੍ਹਾਂ ਹੀ ਸੈਕਿੰਡ ਪਾਰਟ ਇਹਦਾ ਹੋਣਾ, ਤੁਸੀਂ ਕਰਨਾ 3/4 ਆਫ 2/9। ਬੀ ਪਾਰਟ 3/4 ਆਫ 4/7 3/4 ਆਫ 8/3। ਠੀਕ ਆ, ਇਹਦਾ ਸੈਕਿੰਡ ਕੁਐਸਚਨ ਇਹਦਾ ਜਿਹੜਾ ਵਾ ਸੈਕਿੰਡ ਪਾਰਟ ਵਾ ਤੁਸੀਂ ਕਰਨਾ ਵਾ। ਨੈਕਸਟ ਹੈਗਾ ਸੈਕਿੰਡ ਕੁਐਸਚਨ। ਸੈਕਿੰਡ ਕੁਐਸਚਨ ਹੈਗਾ ਵਾ ਮਲਟੀਪਲਾਈ ਦੀ ਫ੍ਰੈਕਸ਼ਨ ਐਂਡ ਰਿਡਿਊਸ ਇਟ ਟੂ ਲੋਐਸਟ ਫਾਰਮ। ਫ੍ਰੈਕਸ਼ਨਸ ਨੂੰ ਮਲਟੀਪਲਾਈ ਕਰਨਾ ਅਤੇ ਰਿਡਿਊਸ ਕਰਨਾ ਲੋਐਸਟ ਫਾਰਮ ਦੇ ਵਿੱਚ। ਬੇਟਾ ਸੇਮ ਪਿਛਲੀ ਐਕਸਰਸਾਈਜ਼ ਵਾਂਗ ਹੀ ਆ 2/7 ਮਲਟੀਪਲਾਈ 7/9। ਮਲਟੀਪਲਾਈ ਕਰੋ 2 7 14 9 7 63। ਲੋਐਸਟ ਫਾਰਮ ਦੇ ਵਿੱਚ ਕਰਨਾ। ਲੋਐਸਟ ਫਾਰਮ 'ਚ ਕਿਵੇਂ ਕਰੀਦਾ, ਇਹਨਾਂ 'ਚ ਵੇਖੋ ਕਾਮਨ ਫੈਕਟਰ ਹੈਗਾ ਕੋਈ, ਇਹਨਾਂ ਦਾ ਹਾਈਐਸਟ ਕਾਮਨ ਫੈਕਟਰ HCF ਵੇਖ ਲਓ ਕਿਹੜਾ ਵਾ 7 ਆ। ਠੀਕ ਆ, 7 2 14 7 9 63। ਸੋ ਲੋਐਸਟ ਫਾਰਮ ਕੀ ਆ ਜਾਣੀ ਇਹਦੀ 2/9। ਇਸੇ ਤਰ੍ਹਾਂ ਇਹਦਾ ਸੈਕਿੰਡ ਪਾਰਟ ਹੈਗਾ ਵਾ 1/3 ਮਲਟੀਪਲਾਈ 15/8। ਮਲਟੀਪਲਾਈ ਕੀਤਾ 1 15 15 3 8 24। ਫਿਰ ਇਹਦੀ ਲੋਐਸਟ ਫਾਰਮ ਕੱਢਣੀ, ਦੋਵੇਂ 3 ਦੇ ਟੇਬਲ 'ਤੇ ਆਉਂਦੇ 3 5 15 3 8 24। ਕਿੰਨਾ ਆਂਸਰ ਆ ਜਾਣਾ ਇਹਦਾ 5/8। ਠੀਕ ਆ, ਸੋ ਬਾਕੀ ਪਾਰਟਸ ਵੀ ਇਹਦੇ ਇਸੇ ਤਰੀਕੇ ਨਾਲ ਹੋਣੇ ਸੈਕਿੰਡ ਕੁਐਸਚਨ ਦੇ। ਠੀਕ ਆ ਬੇਟਾ, ਨੈਕਸਟ ਹੈਗਾ ਥਰਡ ਕੁਐਸਚਨ। ਇਹਦੇ ਥਰਡ ਤੋਂ ਲੈ ਕੇ 6 ਤੱਕ ਤੁਸੀਂ ਕਰਨੇ ਪਾਰਟਸ। ਠੀਕ ਆ, ਫਿਰ ਥਰਡ ਕੁਐਸਚਨ ਫਿਰ ਹੈਗਾ ਵਾ ਮਲਟੀਪਲਾਈ ਦੀ ਫੋਲੋਇੰਗ ਫ੍ਰੈਕਸ਼ਨਸ। ਬੇਟਾ ਸੇਮ ਹੀ ਉਹੀ ਚੀਜ਼ ਆਈ ਜਾ ਰਹੀ ਜਿਵੇਂ ਸੈਕਿੰਡ ਨੂੰ, ਸੇਮ ਸਮਝ ਲਓ ਕਿ ਤੁਹਾਡੀ ਪ੍ਰੈਕਟਿਸ ਐਕਸਰਸਾਈਜ਼ ਹੈਗੀ ਆ ਇਹ। ਠੀਕ ਆ, ਫ੍ਰੈਕਸ਼ਨਸ ਨੂੰ ਮਲਟੀਪਲਾਈ ਕਰਨਾ। ਫਸਟ ਪਾਰਟ ਹੈਗਾ 3/2 ਇੰਟੂ 5 ਇੰਟੂ 1/3। ਸੋਲਿਊਸ਼ਨ 3/2 ਪਹਿਲਾਂ ਮਿਕਸਡ ਫ੍ਰੈਕਸ਼ਨ ਸੋਲਵ ਕਰ ਲਓ। 3 5 15 15 ਤੇ 1 16/3। ਦੇਖ ਲਓ ਬੇਟਾ ਕਟਿੰਗ ਹੁੰਦੀ ਹੈ ਇਹਦੀ 3 1 3 2 1 2 2 8 16 1 8 8 8/1 ਦਾ ਮਤਲਬ 1 ਹੀ ਹੈ। ਠੀਕ ਆ, ਜਿੱਥੇ ਉਹਨਾਂ ਨੇ ਕਿਹਾ ਲੋਐਸਟ ਫਾਰਮ 'ਚ ਬਾਅਦ 'ਚ ਰਿਡਿਊਸ ਕਰੋ ਉੱਥੇ ਸਿੱਧੀ ਮਲਟੀਪਲਾਈ ਕਰ ਲਿਆ ਕਰੋ। ਸਿੰਪਲ ਮਲਟੀਪਲੀਕੇਸ਼ਨ ਆ ਅਤੇ ਉੱਪਰ ਵੀ ਕਟਿੰਗ ਕਰ ਸਕਦੇ ਹੋ। ਠੀਕ ਆ,
फिर इस तरह इसका सैकेंड पार्ट तुसी करना, थर्ड पार्ट मैं फोर्थ पार्ट करवाउण लगी जिहदे च दोवें मिक्सड फ्रैक्शन वैसे तो ऑलरेडी असीं इहदे नाल दा कर चुके हाँ। 4 इंटू 1/3 इंटू 9 इंटू 1/4 पहला मिक्सड फ्रैक्शन सॉल्व कर लैनी आ। 3 4 ज़ा 12, 12 ते 1 13/3, 4 9 ज़ा 36, 36 ते 1 37/4। कोई कटिंग नहीं होनी इन्हां दी, है ना। सो इन्हां नूं मल्टीप्लाई हो जाना। 37 नूं 13 दे नाल मल्टीप्लाई करना, 481/12। ठीक है। सो बाकी पार्ट्स भी ये इस तरीके नाल होने हैं। नैक्सट क्वेश्चन नंबर 4th, विच फ्रैक्शन इज़ ग्रेटर इन द फॉलोइंग फ्रैक्शनस। बेटा उन्होंने फर्स्ट पार्ट दिता होया वा 3/2 ऑफ 2/7 और 5/2 ऑफ 3/8। उन्होंने क्या दसो इन्हां दे विचों बिग फ्रैक्शन केड़ी है, ग्रेटर फ्रैक्शन केड़ी, आ वाली इनू सॉल्व करना कि आ वाली इनू सॉल्व करना। ठीक है, मैं सेंटेंस लाइन ही मार लेनी है और दी जगह ते मैं पहला इनू सॉल्व कर दी हाँ। 3/2 इंटू 2/7, 2 1 ज़ा 2, 3 1 ज़ा 3, 7। ठीक है, इधरली साइड ते किता 5/2 ऑफ द मल्टीप्लाई 3/8। कटिंग कोई नहीं होनी, ना ऊपर नीचे ना क्रॉसिंग, 15/16। हुण इत्थे अनलाइक टर्म्स आ गई बेटा, सानू किवें पता लगेगा बिग केड़ी है। असीं इन्हां दा कंपैरिजन नहीं ना कर सकते। ठीक है, असीं कंपैरिजन उदों कर सकते जदों लाइक टर्म्स होणगियां। सो इहदा पहला एलसीएम लैना पऊगा। 7 ते 16 दा एलसीएम ऑफ 7 एंड 16 इज़, इत्थे एलसीएम लै लो। 2 8 ज़ा 16, 2 4 ज़ा 8, 2 2 ज़ा 4, 2 1 ज़ा 2, 7 1 ज़ा 7। कितना आंसर आ जाना, 2 2 ज़ा 4, 2 ज़ा 8, 8 2 ज़ा 16 ते 16 7 ज़ा 112। ठीक है, सो द एलसीएम आ जाना 112। मैं इन्हों हुण लाइक बनाना वा, इहदा डिनोमीनेटर भी 112 चाहिए वा, इहदा डिनोमीनेटर भी 112 चाहिए। इनू मैं 16 नाल मल्टीप्लाई करूँगी, इनू मैं 7 नाल करूँगी। ठीक है, हुण वेखो ग्रेटर फ्रैक्शन केड़ी है, 48 के 105। 105 जिहड़ी आ वो ग्रेटर फ्रैक्शन हैगी है, तो 105 वाला नंबर केड़ा वा, दिस वन। इट मीनस 3/2 ऑफ 2/7 स्मॉलर आ ते 5/2 ऑफ 3/8 ग्रेटर आ। ठीक है, ये हो गया इहदा फर्स्ट पार्ट। ठीक है, सैकेंड पार्ट इहदा तुसी करना बेटा। क्लीयर आ, सेम इस तरीके दे नाल ही होना वा। अगर कोई डाउट होएगा दैन पूछ लियो। ठीक है, सेम इस तरीके नाल होना सैकेंड पार्ट। नैक्सट क्वेश्चन नंबर 5th, इफ़ द स्पीड ऑफ कार इज़ 105 इंटू 1/3 किलोमीटर पर आवर। किसी कार की स्पीड इन्नी आ, फाइंड द डिस्टेंस कवर्ड इट इन 3 इंटू 2/3 आवर्स। एक घंटे दे विच किलोमीटर पर आवर का मतलब हुंदा एक घंटे च इन्ने किलोमीटर चलदी आ, दसो इन्ने घंटिਆਂ च किन्ना चलूगी। सिंपल इन्ने एक घंटे च 4 किलोमीटर चलदी आ, 2 घंटे च किन्ने चलेगी, 2 × 4 मतलब 8 मल्टीप्लाई का सवाल आ गया। ठीक है, डिस्टेंस कवर्ड इन 1 आवर, 1 आवर च किन्ना वा, 105 इंटू 1/3 किलोमीटर। डिस्टेंस कवर्ड इन 3 इंटू 2/3 आवर्स। की कर देना इनू 3 इंटू 2/3 नू मल्टीप्लाई कर देना इहदे नाल। मिक्सड फ्रैक्शन 3 3 ज़ा 9, 9 2 11/3,
इनू सॉल्व किया 105 नू पहला 3 नाल मल्टीप्लाई कर लेना 315 प्लस 1 316/3 इहदी कटिंग नहीं होनी कोई भी इनू मल्टीप्लाई करके इहदा आंसर लिख लेना तुसीं कि 11 नू 316 नाल मल्टीप्लाई करके कितना आंसर आता। ठीक है ये वाला आंसर तुसीं कैलकुलेशन खुद कर लेनी है। ये हो गया साडा 5th क्वेश्चन। सॉल्व करके तुसीं लिख लेना इत्थे। ठीक है नैक्सट करना 6th क्वेश्चन। 6th क्वेश्चन है वा The length of a rectangular plot of land is this. If its breadth is this, find its area. ठीक है एरिया लभना असी एरिया लभण वास्ते सानू पता अगर रैक्टेंगल की लेंथ ब्रैथ हैगी आ तो एरिया की हुंदा वा लेंथ मल्टीप्लाई ब्रैथ तो सो ये भी मल्टीप्लाई का सवाल है। ठीक है लेंथ ऑफ rectangular plot equals to 29 into 3/7 meter. Breadth of rectangular plot equals to 12 into 8/11 meter. Area of rectangular plot equals to L multiply B. Length कितनी है 29 into 3/7। ब्रैथ कितनी है 12 into 8/11। मिक्सड फ्रैक्शन सॉल्व करनी है। सॉल्व करन तो बाद जो इहदा आंसर आऊगा उन्होंने मीटर स्केयर दे विच आंसर आए। एरिया हमेशा स्केयर च हुंदा ना। ठीक है बेटा सिंपल एक मल्टीप्लाई का सवाल आ फ्रैक्शन नूं फ्रैक्शन नाल मल्टीप्लाई करना है तुसीं कैलकुलेशनस खुद करनी है। ठीक है नैक्सट क्वेश्चन नंबर 7th। अगर किसी की कैलकुलेशन च प्रॉब्लम आएगी दैन वो पूछ सकता। ठीक है क्वेश्चन नंबर 7th। इफ़ द क्लॉथ कॉस्ट ₹120 इंटू 1/4 मीटर पर मीटर। अगर 1 मीटर कपड़े की कीमत इन्नी आ फाइंड द कॉस्ट ऑफ 4 into 1/3 मीटर ऑफ दिस क्लॉथ। अगर 1 मीटर की कीमत इन्नी है तो दसो इन्ने मीटर किन्ने का होएगा। ये भी मल्टीप्लाई का सवाल है। आ जाना कॉस्ट ऑफ 1 मीटर क्लॉथ 1 मीटर क्लॉथ की किन्नी है ₹120। फिर कॉस्ट ऑफ 4 into 1/3 मीटर क्लॉथ 4 into 1/3 नू मल्टीप्लाई कर देना ₹120 1/4 ना। मिक्सड फ्रैक्शन सॉल्व कर लेनी है। मल्टीप्लाई करोगे तो ये आ जाना 481 over 4 रुपीज़ नू मैं अगे कढ़ लेनी 13/3 इंटू 481 over 4। यदि कोई कटिंग नहीं होनी न्यूमीरेटर नू न्यूमीरेटर ना मल्टीप्लाई करना डिनोमीनेटर नू डिनोमीनेटर ना रफ काम दे विच कर लियो साइड ते मल्टीप्लाई जो आंसर आएगा वो इत्थे लिख देना। ठीक है ये 7th क्वेश्चन हो गया। उस तो अगे गया मल्टीपल चॉइस क्वेश्चन 8th दे 8th क्वेश्चन मल्टीपल चॉइस क्वेश्चन आ तुसी करने आ 1 जिवें फस्ट हैगा 1/4 ऑफ 8/3 इनू सॉल्व करके देख लेना चो आंसर किहड़ा आ रहा। इस तरह सैकेंड पार्ट नू सॉल्व करके देख लेना इहदा आंसर किहड़ा आ रहा। कैलकुलेशन सॉल्व करनी है। ठीक है नैक्सट है वा द वैल्यू ऑफ द प्रोडक्ट ऑफ 2 प्रॉपर फ्रैक्शन इज़। उन्होंने कहा वा अगर 2 प्रॉपर फ्रैक्शन से प्रोडक्ट करिए प्रॉपर फ्रैक्शन किहड़ी हुंदी जिहदा न्यूमीरेटर छोटा हुंदा वा। अगर मैं 2 प्रॉपर फ्रैक्शन की प्रोडक्ट करती हाँ फिर प्रॉपर फ्रैक्शन ही आई
ਉਹਨਾਂ ਨੇ ਕਿਹਾ ਹੈ ਗ੍ਰੇਟਰ ਦੈਨ ਬੋਥ ਆਫ ਦੀ ਪ੍ਰੋਪਰ ਫਰੈਕਸ਼ਨਸ, ਵੱਡੀ ਹੋਏਗੀ, ਦੋਵਾਂ ਫਰੈਕਸ਼ਨਸ ਨਾਲੋਂ ਛੋਟੀ ਹੋਏਗੀ, ਜਾਂ ਦੋਵਾਂ ਫਰੈਕਸ਼ਨਸ ਦੇ ਵਿਚਕਾਰ ਲਾਈ ਕਰੇਗੀ, ਜਾਂ ਨਨ ਆਫ ਦਿਸ, ਕਿ ਇਹਨਾਂ 'ਚੋਂ ਕੋਈ ਵੀ ਨਹੀਂ ਆ। ਇਹਦਾ ਆਨਸਰ ਆਏਗਾ ਲੈਸ, ਕਿ ਦੋਵੇਂ ਫਰੈਕਸ਼ਨਸ ਨਾਲੋਂ ਛੋਟੀ ਹੋਏਗੀ। ਠੀਕ ਆ, ਤੁਸੀਂ ਕੰਪੇਅਰ ਕਰਕੇ ਵੇਖ ਲਿਓ ਇਹਨੂੰ 2/3 ਦੇ ਨਾਲ ਵੀ ਅਤੇ 4/6 ਦੇ ਨਾਲ ਵੀ। ਕੰਪੇਅਰ ਕਿੱਦਾਂ ਕਰੀਦਾ, ਐਲਸੀਐਮ ਲੈ ਕੇ ਕਰੀਦਾ ਨਾ, ਕੰਪੇਅਰ ਕਰਕੇ ਦੇਖ ਲਿਓ ਇਹ ਇਹਨਾਂ ਦੋਵਾਂ ਫਰੈਕਸ਼ਨਸ ਨਾਲੋਂ ਛੋਟੀ ਆਏਗੀ। ਠੀਕ ਆ, ਨੈਕਸਟ ਚੈੱਕ ਦੀ ਫੋਲੋਇੰਗ ਇਕੁਏਸ਼ਨਸ, ਇਹ ਟਰੂ ਫਾਲਸ ਆ ਬੇਟਾ। ਲੈਫਟ ਹੈਂਡ ਸਾਈਡ ਵੱਖਰੀ ਸੋਲਵ ਕਰਨੀ, ਤੁਸੀਂ ਇਹਨੂੰ ਮਲਟੀਪਲਾਈ ਕਰਕੇ ਮਿਕਸਡ ਫਰੈਕਸ਼ਨ 'ਚ ਸੋਲਵ ਕਰ ਲੈਣਾ, ਮਿਕਸਡ ਫਰੈਕਸ਼ਨ ਦੇ ਵਿੱਚ ਚੇਂਜ ਕਰ ਲੈਣਾ, ਫਿਰ ਵੇਖ ਲੈਣਾ ਰਾਈਟ ਹੈਂਡ ਸਾਈਡ ਦੇ ਨਾਲ ਕੰਪੇਅਰ ਕਰ ਲੈਣਾ, ਜੇ ਦੋਨੋਂ ਬਰਾਬਰ ਆ ਫਿਰ ਟਰੂ ਆ, ਕਿਉਂਕਿ ਇਕੁਅਲਸ ਟੂ ਦਾ ਸਾਈਨ ਪਾਇਆ ਨਾ, ਜੇ ਨਹੀਂ ਇਕੁਅਲ ਦੋਵੇਂ ਫਿਰ ਫਾਲਸ ਆ। ਠੀਕ ਆ, ਲੈਫਟ ਹੈਂਡ ਸਾਈਡ ਨੂੰ ਅਲੱਗ ਸੋਲਵ ਕਰ ਲੈਣਾ, ਰਾਈਟ ਹੈਂਡ ਸਾਈਡ ਨੂੰ ਅਲੱਗ। ਅਗਰ ਦੋਵਾਂ ਦਾ ਆਨਸਰ ਸੇਮ ਆ ਦੈਨ ਟਰੂ, ਅਗਰ ਸੇਮ ਨਹੀਂ ਆ ਦੈਨ ਫਾਲਸ। ਠੀਕ ਆ ਸਟੂਡੈਂਟਸ, ਸੋ ਇਹਦੇ ਨਾਲ ਸਾਡੀ ਐਕਸਰਸਾਈਜ਼ ਕੰਪਲੀਟ ਹੋ ਜਾਂਦੀ ਹੈ, ਐਕਸਰਸਾਈਜ਼ 2.3। ਅਗਰ ਕੋਈ ਡਾਊਟ ਹੋਊਗਾ ਦੈਨ ਯੂ ਕੈਨ ਆਸਕ ਮੀ, ਬੇਟਾ ਪੁੱਛਿਆ ਜ਼ਰੂਰ ਕਰੋ ਆਪਣੀ ਕਲਾਸ ਦੇ ਵਿੱਚ। ਅਗਰ ਕੋਈ ਵੀ ਤੁਹਾਡੀ ਕੁਐਰੀ ਆ, ਇਹ ਨਹੀਂ ਕਿ ਸਮਝ ਨਹੀਂ ਆ ਰਿਹਾ ਤੇ ਅਸੀਂ ਐਜ਼ ਇਟ ਇਜ਼ ਜਿਹੜਾ ਨੋਟ ਕਰਕੇ ਬਹਿ ਜਾਣਾ ਉਹਨੂੰ। ਠੀਕ ਆ, ਸੋ ਥੈਂਕ ਯੂ ਸਟੂਡੈਂਟਸ ਐਂਡ ਹੈਵ ਅ ਗੁੱਡ ਡੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।